Good morning, everyone. I am Mukul Mittal from Government Polytechnic College from Girls Patella, going to deliver my lecture on V and I measurements. V stands for the voltage and I stands for the current. And the various methods and various instruments are available with us to measure this voltage and current. Basically, voltage is just a potential difference between the two terminals, and the current is an opposition effect when electrons move from the negative terminal to the positive terminal. And the various instruments are available with us in electronics to measure these voltages and current. Now the question arises, how we can measure the current and a voltage. In terms of instruments, ammeter is used to measure current and voltmeter is used to measure voltage. Since ammeter is used for this measurement and voltmeter is used to measure the voltage, the basic principle of the instruments which are used to measure these current and voltages are the same. They both depend upon deflecting torque produced by the electric current provided. कि जिन्ना का ਆਪਾਂ इलेक्ट्रिक करंट प्रोवाइड करांगे ਕੋਰਸਪੋਂਡਿੰਗਲੀ ਡਿਫਲੈਕਸ਼ਨ ਆਏਗੀ ਇਨ ਦਿਸ ਮੀਟਰ। ਸੀ ਦਿਸ ਡਾਇਗਰਾਮ। ਇਸ ਡਾਇਗਰਾਮ ਦੇ ਵਿੱਚ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਕਿ ਇਹ ਰੈਡ ਜੋ ਨੀਡਲ ਹੈ ਇਹ ਤਾਂ ਹੀ ਡਿਫਲੈਕਟ ਕਰੇਗੀ ਜਿੰਨਾ ਕੁ ਆਪਾਂ ਕਰੰਟ ਆਊਟਸਾਈਡ ਤੋਂ ਪ੍ਰੋਵਾਈਡ ਕਰ ਦਾਂਗੇ। ਮਤਲਬ ਜਿੰਨਾ ਕਰੰਟ ਆਪਾਂ ਮੈਜ਼ਰ ਕਰਨਾ ਹੈ ਉਸ ਦੇ ਕੋਰਸਪੋਂਡਿੰਗਲੀ ਦਿਸ ਨੀਡਲ ਵਿਲ ਬੀ ਡਿਫਲੈਕਟਡ। ਇਹ ਉਨੀ ਹੀ ਡਿਫਲੈਕਟ ਕਰੇਗੀ। So the principle for voltmeter and ammeter remains the same. दोनों ਦੇ ਵਿੱਚ ਹੀ needle ਨੇ deflect ਕਰਨਾ ਹੈ and that is deflection then the deflection which is produced is corresponding to the electric current which is provided. Now ਜਦੋਂ ਵੀ ਆਪਾਂ ਕੋਈ ਵੀ ਕਰੰਟ ਪ੍ਰੋਵਾਈਡ ਕਰਦੇ ਹਾਂ ਤਾਂ ਇਸ ਨੀਡਲ ਦੇ ਉੱਤੇ ਜਾਂ ਆਪਾਂ ਇਹ ਕਹਿ ਸਕਦੇ ਹਾਂ ਇਸ ਮੈਜ਼ਰਿੰਗ ਇੰਸਟਰੂਮੈਂਟ ਦੇ ਉੱਤੇ ਜਾਂ ਇਸ ਮੈਜ਼ਰਿੰਗ ਨੀਡਲ ਦੇ ਉੱਤੇ ਕਿਸ ਤਰ੍ਹਾਂ ਦੀ ਟਾਰਕਸ ਲੱਗਣਗੀਆਂ। ਇਸ ਦੇ ਉੱਤੇ 3 ਟਾਈਪਸ ਆਫ ਟਾਰਕਸ ਆਰ ਅਪਲਾਈਡ ਟੂ ਇਟ। ਫਸਟ ਇਜ਼ ਡਿਫਲੈਕਟਿੰਗ ਟਾਰਕ, ਨੈਕਸਟ ਇਜ਼ ਕੰਟਰੋਲਿੰਗ ਟਾਰਕ ਐਂਡ ਥਰਡ ਇਜ਼ योर ਡੈਂਪਿੰਗ ਟਾਰਕ। ਜਦੋਂ ਵੀ ਨੀਡਲ ਨੇ ਡਿਫਲੈਕਟ ਕਰਨਾ ਹੈ ਉਹ ਡਿਫਲੈਕਟ ਕਰੇਗੀ ਤਾਂ ਹੀ ਕਰੇਗੀ ਜੇ ਉਸ ਉੱਤੇ ਕੋਈ ਡਿਫਲੈਕਟਿੰਗ ਟਾਰਕ ਹੈ। ਮਤਲਬ ਜਿੰਨਾ ਕੁ ਆਪਾਂ ਕਰੰਟ ਪ੍ਰੋਵਾਈਡ ਕਰਦੇ ਹਾਂ ਉਸਦੇ ਕੋਰਸਪੋਂਡਿੰਗਲੀ ਫੋਰਸ ਵਿਲ ਬੀ ਜਨਰੇਟਡ ਐਂਡ ਦੈਟ ਫੋਰਸ ਵਿਲ ਕਮ ਐਜ਼ ਐਨ ਆਊਟਪੁੱਟ ਐਜ਼ ਅ ਡਿਫਲੈਕਟਿੰਗ ਟਾਰਕ। ਜਿੰਨਾ ਕੁ ਆਪਾਂ ਕਰੰਟ ਪ੍ਰੋਵਾਈਡ ਕੀਤਾ ਉਨੀ ਕੁ ਇਹਨੂੰ ਫੋਰਸ ਮਿਲੇਗੀ ਟੂ ਮੂਵ ਫੋਰਵਰਡ ਐਂਡ ਦਿਸ ਇਜ਼ ਦ ਡਿਫਲੈਕਟਿੰਗ ਟਾਰਕ। ਹੁਣ ਇਹ ਨੀਡਲ ਹਮੇਸ਼ਾ ਅੱਗੇ ਜਾਏਗੀ ਤਾਂ ਇਹਨੂੰ ਕੰਟਰੋਲ ਵੀ ਕਰਨਾ ਪਏਗਾ ਨੀਡਲ ਨੂੰ। ਬਿਕੋਜ਼ ਕੰਟਰੋਲ ਕਿਉਂ ਕਰਨਾ ਪਏਗਾ? ਬਿਕੋਜ਼ ਇੱਕ ਤਾਂ ਇਹਦੇ ਵਿੱਚ ਐਨਰਸ਼ੀਆ ਹੋਏਗਾ, ਐਨਰਸ਼ੀਆ ਹੋਣ ਕਰਕੇ ਇਹ ਆਪਣੇ ਆਪ ਅੱਗੇ ਜਾਏਗੀ ਅਤੇ ਉਸ ਐਨਰਸ਼ੀਆ ਨੂੰ ਓਵਰਕਮ ਕਰਨ ਵਾਸਤੇ ਆਪਣੇ ਕੋਲ ਕੀ ਚੀਜ਼ਾਂ ਹੁੰਦੀਆਂ? ਵਨ ਇਜ਼ ਦ ਕੰਟਰੋਲਿੰਗ ਟਾਰਕ, ਉਹ ਕੰਟਰੋਲ ਕਰ ਲੈਂਦੇ ਜਾਂ ਤਾਂ ਆਪਾਂ ਸਪਰਿੰਗਸ ਲਗਾ ਕੇ ਜਾਂ ਇਸ ਦੇ ਆਪੋਜੀਸ਼ਨ ਜੋ ਵੀ ਇਨਵਾਇਰਮੈਂਟਲ ਇਫੈਕਟਸ ਲੱਗ ਰਹੇ ਹਨ ਉਹ ਚੀਜ਼ਾਂ। ਐਂਡ ਦ ਥਰਡ ਟਾਰਕ ਇਜ਼ ਦ ਡੈਂਪਿੰਗ ਟਾਰਕ। ਡੈਂਪਿੰਗ ਮਤਲਬ ਕੀ ਹੈ ਕਿ ਕੋਈ ਵੀ ਚੀਜ਼ ਹੈ ਜਦੋਂ ਸਟਾਰਟ ਹੋਏਗੀ ਉਹਨੇ ਐਂਡ ਅਪ ਹੋਣਾ ਤਾਂ ਐਂਡ ਅਪ ਹੋਏਗੀ ਤਾਂ ਮਤਲਬ ਉਹਦੇ 'ਚ ਐਨਰਸ਼ੀਆ ਰਹੇਗਾ। ਜਦੋਂ ਇਹ ਮੂਵ ਕਰ ਰਹੀ ਹੈ ਆਪਣੀ ਦਿਸ ਨੀਡਲ ਇਜ਼ ਮੂਵਿੰਗ ਤਾਂ ਇਸਦੇ ਵਿੱਚ ਐਨਰਸ਼ੀਆ ਹੋਏਗਾ ਅਤੇ ਉਹ ਐਨਰਸ਼ੀਆ ਨੂੰ ਓਵਰਕਮ ਕਿਵੇਂ ਕੀਤਾ ਜਾ ਸਕਦਾ? ਬਿਕੋਜ਼ ਇਨ ਦਿਸ ਦ ਡੈਂਪਿੰਗ ਟਾਰਕ we have air type of damping, water damping and the eddy current damping. Eddy current damping is most important because that is used in these types of instruments. In eddy current damping, uh, with the movement of this needle an opposition is produced and that opposition is in form of eddy currents. ਐਡੀ ਕਰੰਟਸ ਕਦੋਂ ਪ੍ਰੋਡਿਊਸ ਹੁੰਦੇ ਆ? ਜਦੋਂ ਵੀ ਮੈਗਨੈਟਿਕ ਫੀਲਡ ਦੇ ਵਿੱਚ ਕੋਈ ਚੀਜ਼ ਮੂਵ ਕਰ ਰਹੀ ਹੈ ਤਾਂ ਉਸਦੇ ਆਪੋਜੀਸ਼ਨ ਦੇ ਵਿੱਚ ਇੱਕ ਫੀਲਡ ਪ੍ਰੋਡਿਊਸ ਕਰਦਾ ਹੈ ਜੋ ਉਸ ਕੰਡਕਟਰ ਦੇ ਵਿੱਚ ਕੁਛ ਨਾ ਕੁਛ ਕਰੰਟ ਜਨਰੇਟ ਕਰ ਦਿੰਦਾ ਐਂਡ ਦੈਟ ਕਰੰਟ ਇਜ਼ ਇਨ ਫੋਰਮ ਆਫ ਐਡੀ ਐਂਡ ਦੈਟ ਕਰੰਟ ਇਜ਼ ਨੋਨ ਐਜ਼ ਐਡੀ ਕਰੰਟ ਐਂਡ that current is useful to control this needle. Next is now various जो भी ये instruments हैं ये instruments किस चीज़ पे based हैं? That is on the basis that is the principle behind them is the D. Arsenoville's principle. डी ਆਰਸਨੋਵਲਸ ਪ੍ਰਿੰਸੀਪਲ ਕੀ ਕਹਿੰਦਾ? ਪਹਿਲਾਂ ਇਹ ਸਮਝੋ ਕਿ ਜਦੋਂ ਵੀ ਆਪਾਂ ਕਿਸੇ ਕੰਡਕਟਿੰਗ ਕੋਇਲ ਦਿਸ ਅਗਰ ਆਪਾਂ ਇਸ ਡਾਇਗਰਾਮ ਨੂੰ ਧਿਆਨ ਨਾਲ ਦੇਖੋ ਤਾਂ ਇਸ ਦੇ ਵਿੱਚ
ਇਹ ਜਿਹੜਾ ਰੈਕਟੈਂਗੂਲਰ ਬਣਿਆ ਹੋਇਆ ਹੈ, ਦਿਸ ਇਜ਼ ਦ ਕੋਇਲ। ਜਦੋਂ ਆਪਾਂ ਇਸ ਕੰਡਕਟਿੰਗ ਕੋਇਲ ਨੂੰ ਕਿਸੇ ਵੀ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਹਾਂ ਤਾਂ ਇਸ ਦੇ ਵਿੱਚ ਇੱਕ ਮੂਵਮੈਂਟ ਪ੍ਰੋਡਿਊਸ ਹੁੰਦੀ ਹੈ। ਦੈਟ ਮੀਨਸ ਅਗਰ ਆਪਾਂ ਕਿਸੇ ਕੰਡਕਟਿੰਗ ਕੋਇਲ ਨੂੰ ਇੱਕ ਪਰਮਾਨੈਂਟ ਮੈਗਨੈਟਿਕ ਫੀਲਡ ਵੀ ਹੋ ਸਕਦਾ ਹੈ, ਟੈਂਪਰੇਰੀ ਮੈਗਨੈਟਿਕ ਫੀਲਡ ਵੀ ਹੋ ਸਕਦਾ ਹੈ। ਅਗਰ ਆਪਾਂ ਇਸ ਮੂਵਿੰਗ ਕੋਇਲ ਨੂੰ ਕਿਸੇ ਵੀ ਮੈਗਨੈਟਿਕ ਫੀਲਡ ਦੇ ਵਿੱਚ ਰੱਖਾਂਗੇ ਤਾਂ ਉਸ ਦੇ ਵਿੱਚ ਮੂਵਮੈਂਟ ਪ੍ਰੋਡਿਊਸ ਹੁੰਦੀ ਹੈ। ਅਤੇ ਸਾਰੇ ਜਿਹੜੇ ਵੀ ਆਪਣੇ ਕੋਲ ਇੰਸਟਰੂਮੈਂਟਸ ਹੈ, ਜਿਹੜੇ ਵੀ ਡਿਫਲੈਕਸ਼ਨ ਟਾਈਪ ਆਫ ਇੰਸਟਰੂਮੈਂਟਸ ਹੈ, ਦੈਟ ਇਜ਼ ਐਨਾਲੌਗ ਇੰਸਟਰੂਮੈਂਟਸ ਵਿਚ ਆਰ ਅਵੇਲੇਬਲ ਵਿਦ ਅਸ, ਦੇ ਆਲ ਬੇਸਡ ਔਨ ਦਿਸ ਪ੍ਰਿੰਸੀਪਲ। ਇਸ ਦੇ ਵਿੱਚ ਕੀ ਹੋਏਗਾ ਕਿ ਜਦੋਂ ਕੋਇਲ, ਇਸ ਕੋਇਲ ਨੂੰ ਆਪਾਂ ਅਗਰ ਮੈਂ ਡੀ ਆਰਸਨੋਵਲਸ ਪ੍ਰਿੰਸੀਪਲ ਨੂੰ ਐਕਸਪਲੇਨ ਕਰਾਂ ਤਾਂ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਅਗਰ ਇਹ ਜਿਹੜੀ ਕੋਇਲ ਬਣੀ ਹੋਈ ਹੈ ਇਸ ਨੂੰ ਆਪਾਂ ਕੋਰਸਪੋਂਡਿੰਗਲੀ ਕਰੰਟ ਪ੍ਰੋਵਾਈਡ ਕਰੀਏ। ਸਪੋਜ਼ ਆਈ ਵਾਂਟ ਟੂ ਮੇਜਰ ਸਮਥਿੰਗ, ਮੈਂ ਆਪਣਾ ਕਰੰਟ ਮੇਜਰ ਕਰਨਾ ਹੈ, ਜੋ ਵੀ ਆਪਾਂ ਕਰੰਟ ਮੈਨੂੰ ਦੇਤਾ ਸੀ ਮੇਜਰ ਦਿਸ ਕਰੰਟ, ਤਾਂ ਮੈਂ ਕੀ ਕਰੂੰਗਾ, ਉਹ ਕਰੰਟ ਜਿੰਨਾ ਵੀ ਮੇਜਰ ਕਰਨਾ ਹੈ ਉਹ ਮੈਂ ਕਰੰਟ ਇਸ ਕੋਇਲ ਨੂੰ ਪ੍ਰੋਵਾਈਡ ਕਰੂੰਗਾ। ਇਸ ਕੋਇਲ ਦੇ ਪ੍ਰੋਵਾਈਡ ਕਰਨ ਤੋਂ ਬਾਅਦ ਕੀ ਹੋਏਗਾ, ਇਸ ਦੇ ਵਿੱਚ ਇੱਕ ਮੈਗਨੈਟਿਕ ਫੀਲਡ ਜਨਰੇਟ ਹੋ ਜਾਏਗਾ। ਇਹ ਮੈਗਨੈਟਿਕ ਫੀਲਡ ਜਿਹੜਾ ਜਨਰੇਟ ਹੋਏਗਾ that is in opposition with the magnetic field which is generated inside this shape, this is U shaped magnetic। ਇਸ ਮੈਗਨੇਟ ਦੇ ਵਿੱਚ ਜਿਹੜਾ ਫੀਲਡ ਜਨਰੇਟ ਹੋਏਗਾ ਉਹ ਆਪੋਜੀਸ਼ਨ ਦੇ ਵਿੱਚ ਹੋਏਗਾ। ਤਾਂ ਉਹ ਜਿਹੜਾ ਕੋਇਲ ਹੈ ਉਹ ਆਪਣੇ ਆਪ ਨੂੰ ਇਸ ਮੇਜਰ ਫੀਲਡ ਦੀ ਲਾਈਨ ਵਿੱਚ ਲੈ ਕੇ ਆਉਣ ਵਾਸਤੇ ਆਪਣੇ ਆਪ ਨੂੰ ਰੋਟੇਟ ਕਰਨ ਦੀ ਕੋਸ਼ਿਸ਼ ਕਰੇਗਾ। ਅਤੇ ਜਿੰਨੀ ਕੁ ਰੋਟੇਸ਼ਨ ਆਏਗੀ ਦੈਟ ਇਜ਼ ਕੋਰਸਪੋਂਡੈਂਸ ਟੂ ਦ ਕਰੰਟ ਵਿਚ ਵੀ ਆਰ ਗਿਵਿੰਗ। ਤਾਂ ਮੈਂ ਜਿੰਨਾ ਕਰੰਟ ਮੇਜਰ ਕਰਨਾ ਸੀ ਉਹ ਓਨਾ ਹੀ ਕਰੰਟ ਕੋਇਲ ਨੂੰ ਦਿੱਤਾ ਅਤੇ ਉਸਦੇ ਕੋਰਸਪੋਂਡਿੰਗਲੀ ਹੀ ਇਹ ਕੋਇਲ ਰੋਟੇਟ ਕੀਤੀ ਅਤੇ ਉਸ ਕੋਇਲ ਦੇ ਰੋਟੇਟ ਕਰਨ ਦੇ ਨਾਲ ਉੱਤੇ ਜਿਹੜੀ ਸਪਿੰਡਲ ਲੱਗੀ ਹੋਈ ਹੈ ਜਾਂ ਜੋ ਡਿਫਲੈਕਟਿੰਗ ਨੀਡਲ ਹੈ ਉਹ ਵੀ ਕੋਰਸਪੋਂਡਿੰਗਲੀ ਮੂਵ ਕਰੇਗੀ। ਇਸ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਡਿਸਕਸ ਕਰ ਰਿਹਾ ਦੈਟ ਇਜ਼ ਪਰਮਾਨੈਂਟ ਮੈਗਨੇਟ ਟਾਈਪ ਮੂਵਿੰਗ ਇੰਸਟਰੂਮੈਂਟਸ, that is PMMC, that is permanent magnet type moving coil instruments। ਇਸਦਾ ਨਾਮ ਹੀ ਸਪੈਸੀਫਾਈ ਕਰ ਰਿਹਾ ਕਿ ਇਸ ਦੇ ਵਿੱਚ ਕੀ ਯੂਜ਼ ਕਰ ਰਹੇ ਹਾਂ। ਇੱਕ ਤਾਂ ਆਪਾਂ ਪਰਮਾਨੈਂਟ ਮੈਗਨੇਟ ਯੂਜ਼ ਕਰ ਰਹੇ ਹਾਂ, ਦਿਸ ਸ਼ੂ ਸ਼ੇਪਡ ਇਜ਼ ਯੋਰ ਪਰਮਾਨੈਂਟ ਮੈਗਨੇਟ। ਮੂਵਿੰਗ ਕੋਇਲ, ਦ ਕੋਇਲ ਵਿਚ ਇਜ਼ ਇਨਸਾਈਡ ਦਿਸ, ਜਿਹਨੂੰ ਇਸਦੇ ਐਜਿਸ 'ਤੇ ਰੱਖਿਆ ਗਿਆ। ਅਤੇ ਇਸ ਟਾਈਪ ਦੇ ਸਾਰੇ ਇੰਸਟਰੂਮੈਂਟਸ ਨੂੰ ਆਪਾਂ ਪਰਮਾਨੈਂਟ ਮੈਗਨੇਟ ਮੂਵਿੰਗ ਇੰਸਟਰੂਮੈਂਟਸ ਕਹਿੰਦੇ ਹਾਂ। ਅਤੇ ਇਹੀ ਨੂੰ ਹੀ ਆਪਾਂ ਯੂਜ਼ ਕਰਦੇ ਹਾਂ ਫॉर ਦ ਡਿਫਲੈਕਸ਼ਨ ਵਿਚ ਇਜ਼ ਸ਼ੋਨ ਇਨ ਦ ਐਨਾਲੌਗ ਮੀਟਰਸ। ਇਸ ਦੇ ਵਿੱਚ ਕੀ ਹੋਏਗਾ ਕਿ ਜਦੋਂ ਆਪਾਂ ਕਿਸੇ ਵੀ ਕੋਇਲ ਨੂੰ, a light rectangular coil of many turns of wire is wound on a light aluminium former। ਇਹ ਜਿਹੜਾ ਐਲੂਮੀਨੀਅਮ ਫਾਰਮਰ ਹੈ ਇਸ ਦੇ ਉੱਤੇ ਨੰਬਰ ਆਫ ਟਰਨਸ ਆਫ ਵਾਇਰਸ ਕੀਤੇ ਜਾਂਦੇ ਹੈ ਐਂਡ ਕੋਰਸਪੋਂਡਿੰਗਲੀ ਦ ਕੋਇਲ ਇਜ਼ ਫਾਰਮਡ। ਅਤੇ ਉਹ ਜਿਹੜੀ ਕੋਇਲ ਹੈ ਐਂਡ ਇਨ ਦਿਸ ਵੇ ਦ ਕੋਇਲ ਇਜ਼ ਫਾਰਮਡ। ਅਤੇ ਜਦੋਂ ਜਿੰਨਾ ਵੀ ਆਪਾਂ ਕਰੰਟ ਮੇਜਰ ਕਰਨਾ ਹੈ ਜਾਂ ਵੋਲਟੇਜ ਮੇਜਰ ਕਰਨੀ ਹੈ ਉਹ ਆਪਾਂ ਇਸ ਕੋਇਲ ਨੂੰ ਪ੍ਰੋਵਾਈਡ ਕਰਾਂਗੇ ਐਂਡ ਉਹ ਕਰੰਟ ਜਿਹੜਾ ਕਰੇਗਾ ਉਹ ਇੱਕ ਮੈਗਨੈਟਿਕ ਫੀਲਡ ਨੂੰ ਜਨਰੇਟ ਕਰੇਗਾ ਐਂਡ ਦੈਟ ਮੈਗਨੈਟਿਕ ਫੀਲਡ ਵਿਲ ਟਰਾਈ ਟੂ ਕਮ ਇਨ ਲਾਈਨ ਵਿਦ ਦ ਓਰੀਜਨਲ ਮੈਗਨੈਟਿਕ ਫੀਲਡ। ਅਤੇ ਜਿਸ ਕਰਕੇ ਇਸ ਕੋਇਲ ਦੇ ਵਿੱਚ ਡਿਫਲੈਕਸ਼ਨ ਆਏਗੀ। ਮਤਲਬ ਜਿੰਨਾ ਆਪਾਂ ਕਰੰਟ ਪ੍ਰੋਵਾਈਡ ਕੀਤਾ ਹੈ ਟੂ ਮੇਜਰ ਦੈਟ ਕਰੰਟ, this correspondingly the deflection is produced in the analog meter। ਹੁਣ due to the force acting on the current carrying coil, deflecting torque is produced। ਕਿ ਜਿੰਨੀ ਕੁ ਆਪਾਂ ਕਰੰਟ ਇੱਥੇ ਪ੍ਰੋਵਾਈਡ ਕਰਾਂਗੇ correspondingly ਇਸ ਦੇ ਵਿੱਚ ਡਿਫਲੈਕਸ਼ਨ ਆਏਗੀ and the same deflection torque is produced। ਹੁਣ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਕਿ ਇਸ ਦੇ ਸਭ ਤੋਂ ਬੇਸਿਕ ਪ੍ਰਿੰਸੀਪਲ ਕੀ ਹੋ ਰਿਹਾ ਹੈ ਕਿ ਜਦੋਂ ਇੱਥੇ ਆਪਣੇ ਕੋਲ ਦੋ ਪਰਮਾਨੈਂਟ ਮੈਗਨੇਟ ਹੈ, ਦਿਸ ਇਜ਼ ਨਾਰਥ ਪੋਲ, ਦਿਸ ਇਜ਼ ਸਾਊਥ ਪੋਲ, ਅਤੇ ਇਹ ਜੇ ਆਪਾਂ ਮੂਵਿੰਗ ਕੋਇਲ ਇੰਸਟਰੂਮੈਂਟ ਵਿੱਚ ਲਗਾ ਲਿਆ, ਇਹ ਜਿਹੜਾ ਇਹ ਰੈਕਟੈਂਗੂਲਰ ਸ਼ੇਪਡ ਹੈ ਉਹ ਇਸ ਸ਼ੇਪ ਦੇ ਵਿੱਚ ਸ਼ੋ ਕੀਤਾ ਗਿਆ। ਹੁਣ ਜਦੋਂ ਹੀ ਆਪਾਂ ਇਸ ਨੂੰ ਕਰੰਟ ਪ੍ਰੋਵਾਈਡ ਕਰਾਂਗੇ ਤਾਂ ਇਹ ਜਿਹੜਾ ਆਪਣੇ ਕੋਲ ਕੋਇਲ ਹੈ ਵਿਲ ਆਲਸੋ ਮੂਵ। ਕਿਉਂ ਮੂਵ ਕਰੇਗਾ? ਬਿਕੋਜ਼ ਜਿਹੜਾ ਇਹ ਨੌਰਥ ਤੋਂ ਸਾਊਥ ਪੋਲ ਦਾ ਜੋ ਆਪਣਾ ਫੀਲਡ ਜਨਰੇਟ ਹੋ ਰਿਹਾ ਸੀ ਅਤੇ ਇਸ ਦਾ ਜੋ ਫੀਲਡ ਹੈ, ਜੋ ਇਹ ਮੂਵਿੰਗ ਕੋਇਲ ਦਾ ਫੀਲਡ ਹੈ, ਇਹ ਟਰਾਈਜ਼ ਟੂ ਕਮ ਇਨ ਲਾਈਨ ਵਿਦ ਦਿਸ ਨੌਰਥ ਐਂਡ ਸਾਊਥ ਫੀਲਡ। ਦੈਟ ਮੀਨਸ ਜਿਹੜਾ ਇਹ FR ਹੈ ਟਰਾਈਜ਼ ਟੂ ਮੈਚ FM। ਜੋ FM ਹੈ ਉਹ ਕੀ ਹੈ? ਦੈਟ ਇਜ਼ ਦ ਮੈਗਨੈਟਿਕ ਫੀਲਡ, ਦੈਟ ਇਜ਼ ਪਰਮਾਨੈਂਟ magnetic field which is generated between north and south pole and FR is the field which is generated by this moving coil।
ਤੇ ਜਿਹੜਾ ਇਹ ਐਫ ਆਰ ਹੈ that tries to match with FM, ਤੇ ਇਹ ਜਦੋਂ ਮੈਚ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਇਹ ਮੂਵ ਕਰਨਾ ਸ਼ੁਰੂ ਹੋ ਜਾਏਗਾ. the deflection is there inside this moving coil. ਤੇ ਇਹ ਜਿਹੜੀ ਡਿਫਲੈਕਸ਼ਨ ਹੈ that is shown on the above indicator. ਹੁਣ ਆਪਾਂ ਇਹ ਕਹਿੰਦੇ ਹਾਂ ਕਿ these instruments are only used to measure DC. ਆਪਾਂ AC ਨੂੰ ਅਗਰ ਮੇਜਰ ਕਰਨਾ ਹੋਵੇ ਤਾਂ ਆਪਾਂ PMMC ਟਾਈਪ ਇੰਸਟਰੂਮੈਂਟਸ ਆਰ ਨਾਟ ਯੂਜ਼ਡ. ਹੁਣ ਕੁਐਸਚਨ ਅਰਾਈਜ਼ ਹੁੰਦਾ ਹੈ ਕਿ ਵਾਈ ਆਪਾਂ DC ਹੀ ਕਿਉਂ ਮੇਜਰ ਕਰ ਸਕਦੇ ਹਾਂ, AC ਕਿਉਂ ਨਹੀਂ ਮੇਜਰ ਕਰ ਸਕਦੇ. ਹੁਣ ਜਦੋਂ ਆਪਾਂ ਇੱਥੇ ਆਪਾਂ AC ਦੇ ਰਹੇ ਹਾਂ, ਅਗਰ ਆਪਾਂ AC ਦੇਵਾਂਗੇ ਤਾਂ ਡਿਊਰਿੰਗ ਦਾ ਪੋਜ਼ਿਟਿਵ ਸਾਈਕਲ ਇਹ ਜਿਹੜੀ ਡਿਫਲੈਕਸ਼ਨ ਹੈ ਹੋਏਗੀ, ਬਿਕੋਜ਼ ਜਿੰਨੀ ਦੇਰ ਪੋਜ਼ਿਟਿਵ ਸਾਈਕਲ ਰਹੇਗਾ ਕੋਇਲ ਨੂੰ ਕਰੰਟ ਮਿਲੇਗਾ, ਕੋਰਸਪੋਂਡਿੰਗਲੀ ਡਿਫਲੈਕਸ਼ਨ ਇਜ਼ ਸ਼ੋਨ. ਬਟ ਜਦੋਂ ਨੈਗੇਟਿਵ ਸਾਈਕਲ ਆਏਗਾ ਆਫ AC ਦਾ, ਪੋਜ਼ਿਟਿਵ ਸਾਈਕਲ ਦੇ ਟਾਈਮ ਡਿਫਲੈਕਸ਼ਨ ਹੈ, ਜਦੋਂ ਨੈਗੇਟਿਵ ਆਏਗਾ ਤਾਂ ਉਹ ਦੁਬਾਰਾ ਡਿਫਲੈਕਸ਼ਨ ਦੇਗਾ, ਬਟ ਦੈਟ ਡਿਫਲੈਕਸ਼ਨ ਇਜ਼ ਇਨ ਆਪੋਜ਼ਿਟ ਸਾਈਡ. ਜਿਹੜੀ ਇਹ ਡਿਫਲੈਕਸ਼ਨ ਸੀ ਜਦੋਂ ਪੋਜ਼ਿਟਿਵ ਸਾਈਕਲ ਦੀ ਸੀ ਤਾਂ ਇਟ ਇਜ਼ ਇਨ clockwise direction. When the negative cycle comes, the pointer will move in anti-clockwise direction. But ਜਿਹੜੀ ਆਪਣੀ frequency ਆ ਰਹੀ ਹੈ AC ਦੀ that is of 50 hertz, ਤੇ ਉਹ ਇੰਨੀ ਜ਼ਿਆਦਾ frequency ਦੇ ਵਿੱਚ ਜਿਹੜੀ ਆਪਾਂ ਨੂੰ ਡਿਫਲੈਕਸ਼ਨ ਹੈ clockwise ਜਾਂ anti-clockwise ਜਿਹੜੀ ਮੂਵਮੈਂਟ ਹੈ ਆਪਾਂ ਨੂੰ ਸ਼ੋ ਹੀ ਨਹੀਂ ਹੁੰਦੀ. ਐਂਡ ਦੈਟਸ ਵਾਈ ਜੋ ਪ੍ਰੈਕਟੀਕਲੀ ਆਪਾਂ ਨੂੰ ਜਦੋਂ ਆਪਾਂ ਮੇਜਰ ਕਰਦੇ ਹਾਂ AC ਨੂੰ, ਆਪਾਂ ਨੂੰ ਇਵੇਂ ਲੱਗਦਾ ਕਿ ਜਿਹੜਾ ਪੁਆਇੰਟਰ ਹੈ ਉਹ ਜਸਟ ਵਾਈਬ੍ਰੇਟ ਕਰ ਰਿਹਾ. That means it wants to move clockwise and anti-clockwise both at a time, and due to that movement it gets stilled out at a given position. ਤੇ ਜਿਹੜੀ ਉਹ still out position ਹੈ, that's why we can say the pointer is not able to measure your AC. Because of the frequency of too much frequency, that is of 50 hertz, the pointer is not able to move and it vibrates at the given position. ਤਾਂ ਕਰਕੇ ਆਪਾਂ ਕਹਿੰਦੇ ਹਾਂ ਕਿ PMCC is only used to measure DC, not AC. Now mathematically ਅਗਰ ਆਪਾਂ ਇਸ ਚੀਜ਼ ਨੂੰ define ਕਰੀਏ, F is equal to BLNI. BLNI. B stands for the flux density, L stands for the length of coil, N stands for number of turns of the coil, and I is the current flowing through the coil. ਮੈਂ ਪਿਛਲਾ ਜਿਹੜਾ ਤੁਹਾਨੂੰ ਪ੍ਰਿੰਸੀਪਲ ਐਕਸਪਲੇਨ ਕੀਤਾ ਸੀ ਉਸਦੇ ਵਿੱਚ ਜੋ ਵੀ ਫਲਕਸ ਡੈਂਸਿਟੀ ਪ੍ਰੋਡਿਊਸ ਹੋ ਰਹੀ ਦੈਟ ਇਜ਼ ਰਿਪਰੈਜ਼ੈਂਟਡ ਬਾਈ B, ਉਸਦੇ ਉੱਤੇ ਕੋਇਲ ਦੇ ਉੱਤੇ ਕਿੰਨੇ ਟਰਨਸ ਹੈ ਦੈਟ ਇਜ਼ N, ਕਿੰਨਾ ਕੁ ਆਪਾਂ ਕਰੰਟ ਪ੍ਰੋਵਾਈਡ ਕਰਨੇ ਆ ਦੈਟ ਇਜ਼ ਗਿਵਨ ਬਾਈ I, ਤੇ ਉਸਦੇ ਕੋਰਸਪੋਂਡਿੰਗਲੀ ਹੀ ਡਿਫਲੈਕਸ਼ਨ ਪ੍ਰੋਡਿਊਸ ਹੋਏਗੀ ਐਂਡ ਦੈਟ ਡਿਫਲੈਕਸ਼ਨ ਇਜ਼ ਡਿਪੈਂਡੈਂਟ ਅਪੋਨ ਕਿੰਨੀ ਕੁ ਡਿਫਲੈਕਸ਼ਨ ਪ੍ਰੋਡਿਊਸ ਹੋ ਰਹੀ ਹੈ ਬਿਕੋਜ਼ ਆਫ ਦ ਫੋਰਸ ਵਿਚ ਇਜ਼ ਅਪਲਾਈਡ. ਤੇ ਕਿੰਨੀ ਫੋਰਸ ਅਪਲਾਈਡ ਹੋਏਗੀ ਦੈਟ ਇਜ਼ F ਇਜ਼ ਇਕੁਅਲ ਟੂ BLNI. ਤਾਂ ਹੁਣ ਕਿੰਨੀ ਕੁ ਡਿਫਲੈਕਸ਼ਨ ਆਉਣੀ ਚਾਹੀਦੀ ਹੈ ਵਿਦ ਕੋਰਸਪੋਂਡਿੰਗ ਟੂ ਦ ਫੋਰਸ ਦੈਟ ਇਜ਼ ਡਿਫਲੈਕਟਿੰਗ ਟਾਰਕ ਕਿੰਨੀ ਹੋਏਗੀ ਦੈਟ ਇਜ਼ 2F into R. R is just the radius between the center of the coil to the complete length. So ਅਗਰ ਆਪਾਂ ਇਹਦੇ ਵਿੱਚ F ਨੂੰ ਦਾ ਫਾਰਮੂਲਾ ਲਗਾਈਏ ਤਾਂ it becomes twice of BLNIR. ਹੁਣ ਇਸ ਦੇ ਵਿੱਚ everything is constant, R is constant, N is constant, length of the coil is constant and B is constant. That means ਜੋ ਤੁਹਾਡੀ deflecting torque ਹੈ that is directly proportional to the current. ਮਤਲਬ ਜਿੰਨਾ ਕੁ ਆਪਾਂ ਕਰੰਟ ਅਪਲਾਈ ਕਰਾਂਗੇ ਉਸਦੇ ਕੋਰਸਪੋਂਡਿੰਗਲੀ ਤੁਹਾਡੇ ਕੋਲ ਡਿਫਲੈਕਸ਼ਨ ਆਏਗੀ ਨੀਡਲ ਦੇ ਵਿੱਚ. ਮਤਲਬ ਇਹ ਨੀਡਲ ਉਨੀ ਕੀ ਡਿਫਲੈਕਟ ਕਰੇਗੀ, ਜਿਹੜੀ ਆ ਨੀਡਲ ਦਿੱਤੀ ਹੋਈ ਹੈ ਇਨ ਦਿਸ ਡਾਇਗਰਾਮ, ਉਨੀ ਕੀ ਡਿਫਲੈਕਟ ਕਰੇਗੀ ਜਿੰਨਾ ਕੁ ਆਪਾਂ ਇੱਥੇ ਕਰੰਟ ਪ੍ਰੋਵਾਈਡ ਕਰਾਂਗੇ. ਐਂਡ ਦ ਕੰਟਰੋਲਿੰਗ ਟਾਰਕ that is TC is directly proportional to phi. Phi is the angle which is formed by this needle and that phi is directly proportional to current. ਤੇ ਜਿਹੜਾ ਇਹ ਉਨੀ ਕੀ ਡਿਫਲੈਕਸ਼ਨ ਹੋਏਗੀ ਜਾਂ ਉਨਾ ਕੀ ਐਂਗਲ ਮੂਵ ਕਰੇਗਾ ਜਿੰਨਾ ਆਪਾਂ ਕਰੰਟ ਪ੍ਰੋਵਾਈਡ ਕਰਾਂਗੇ. that means deflecting torque and controlling torque both are dependent upon the current which is provided to the instrument for the measurement. ਜਿਹੜਾ ਕਰੰਟ ਆਪਾਂ ਮੇਜਰ ਕਰਨਾ ਹੈ ਉਹ ਜਿਹੜਾ ਕਰੰਟ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੋਏਗਾ ਟੂ ਦ ਡਿਫਲੈਕਟਿੰਗ ਟਾਰਕ ਐਜ਼ ਵੈਲ ਐਜ਼ ਦ ਕੰਟਰੋਲਿੰਗ ਟਾਰਕ.
ਨੈਕਸਟ ਆਪਣੇ ਕੋਲ ਜਿਹੜੇ ਪਿਛਲੇ ਸੀਗੇ ਦੈਟ ਇਜ਼ ਦਾ ਪਰਮਾਨੈਂਟ ਮੈਗਨੇਟ ਮੂਵਿੰਗ ਕੋਇਲਸ, ਉਸਦੇ ਵਿੱਚ ਆਪਣੀ ਜਿਹੜੀ ਮੈਗਨੇਟ ਸੀਗੀ ਉਹ ਫਿਕਸ ਸੀਗੀ, ਅਤੇ ਦੈਟ ਇਜ਼ ਦਾ ਪਰਮਾਨੈਂਟ ਮੈਗਨੇਟ, ਜਿਹੜੀ ਕੋਇਲ ਹੈ ਉਹ ਉਹਦੇ 'ਚ ਮੂਵਿੰਗ ਹੁੰਦੀ ਹੈ। ਇਨ ਮੂਵਿੰਗ ਆਇਰਨ ਇੰਸਟਰੂਮੈਂਟਸ, ਮੂਵਿੰਗ ਆਇਰਨ ਇੰਸਟਰੂਮੈਂਟਸ ਆਪਣੇ ਕੋਲ ਦੋ ਟਾਈਪਸ ਦੇ ਹੈ, ਵਨ ਇਜ਼ ਯੋਰ ਅਟਰੈਕਟਿਵ ਟਾਈਪ, ਅਨਦਰ ਇਜ਼ ਯੋਰ ਰਿਪਲਸਿਵ ਟਾਈਪ। ਇਸ ਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਇੱਕ ਸੌਫਟ ਆਇਰਨ ਲੈ ਲੈਂਦੇ ਹਾਂ, ਉਹ ਸੌਫਟ ਆਇਰਨ ਦਾ ਪੀਸ ਆਪਾਂ ਅਗਰ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਹਾਂ ਤਾਂ ਜਦੋਂ ਆਪਾਂ ਕਰੰਟ ਪ੍ਰੋਵਾਈਡ ਕਰਾਂਗੇ ਕੋਇਲ ਨੂੰ, ਅਗਰ ਕੋਇਲ ਦੇ ਵਿੱਚ ਇੱਕ ਆਪਾਂ ਸੌਫਟ ਆਇਰਨ ਪੀਸ ਰੱਖਤਾ ਤਾਂ ਜਦੋਂ ਆਪਾਂ ਕਰੰਟ ਪ੍ਰੋਵਾਈਡ ਕਰਾਂਗੇ ਟੂ ਦਾ ਕੋਇਲ ਤਾਂ ਉਹ ਸੌਫਟ ਆਇਰਨ ਜਿਹੜਾ ਹੈ ਉਹ ਮੈਗਨੇਟਾਈਜ਼ਡ ਹੋ ਜਾਏਗਾ ਐਂਡ ਇਟ ਵਿਲ ਮੂਵ ਫਾਰਵਰਡ ਔਰ ਇਨ ਫਾਰਵਰਡ ਔਰ ਰਿਵਰਸ ਡਾਇਰੈਕਸ਼ਨ ਐਜ਼ ਪਰ ਆਰ ਰਿਕੁਆਇਰਮੈਂਟ। ਮਤਲਬ ਕੀ ਹੈ ਕਿ ਮੂਵਿੰਗ ਆਇਰਨ ਦੇ ਵਿੱਚ, ਮੂਵਿੰਗ ਆਇਰਨ ਟਾਈਪ ਇੰਸਟਰੂਮੈਂਟਸ ਦੇ ਵਿੱਚ ਆਪਾਂ ਕੀ ਕਰਾਂਗੇ ਕਿ ਜਿਹੜਾ ਇੱਥੇ ਹੈ ਦਿਸ ਇਜ਼ ਯੋਰ ਮੂਵਿੰਗ ਆਇਰਨ, ਇਹ ਆਪਾਂ ਇੱਕ ਸੌਫਟ ਆਇਰਨ ਲਗਾਤੀ, ਜਦੋਂ ਇਹ ਸੌਫਟ ਆਇਰਨ ਆਪਾਂ ਵਿੱਚ ਕੋਇਲ ਦੇ ਵਿੱਚ ਰੱਖੀ ਗਈ, ਅਗਰ ਇਸ ਡਾਇਗਰਾਮ ਤੋਂ ਨਹੀਂ ਕਲੈਰੀਫਾਈ ਹੋ ਰਿਹਾ ਤਾਂ ਇਸ ਡਾਇਗਰਾਮ ਨੂੰ ਧਿਆਨ ਨਾਲ ਦੇਖੋ। ਇਸ ਦੇ ਵਿੱਚ ਜਿਹੜੀ ਇਹ ਸਰਕੂਲਰ ਪੋਰਸ਼ਨ ਸ਼ੋ ਕੀਤਾ ਗਿਆ, ਦਿਸ ਸਰਕੂਲਰ ਪੋਰਸ਼ਨ ਇਜ਼ ਦ ਕੋਇਲ, ਅਤੇ ਜਿਹੜਾ ਇਹ ਵਿੱਚ ਸਮੋਲ ਸਰਕਲ ਸ਼ੋ ਕੀਤਾ ਗਿਆ ਦਿਸ ਇਜ਼ ਸ਼ੋਨ, ਦਿਸ ਰਿਪਰੈਜ਼ੈਂਟ ਯੋਰ ਮੂਵਿੰਗ ਆਇਰਨ। ਹੁਣ ਜਦੋਂ ਆਪਾਂ ਕਰੰਟ ਇਸ ਕੋਇਲ ਨੂੰ ਪ੍ਰੋਵਾਈਡ ਕਰਦੇ ਹਾਂ ਤਾਂ ਜਿਹੜਾ ਇਸਦੇ ਵਿੱਚ ਇੱਕ ਮੈਗਨੈਟਿਕ ਫੀਲਡ ਜਨਰੇਟ ਹੋ ਜਾਏਗਾ, ਅਤੇ ਇਹ ਮੈਗਨੈਟਿਕ ਫੀਲਡ ਦੇ ਜਨਰੇਟ ਹੋਣ ਦੇ ਨਾਲ ਜਿਹੜਾ ਇਹ ਮੂਵਿੰਗ ਆਇਰਨ ਪੀਸ ਹੈ ਇਹ ਵੀ ਮੂਵ ਕਰੇਗਾ, ਅਤੇ ਜਿੰਨਾ ਕਿ ਮੂਵ ਕਰੇਗਾ ਉਸਦੇ ਕੋਰਸਪੋਂਡਿੰਗਲੀ ਜੋ ਉਹਦੇ ਸਪਿੰਡਲ ਲੱਗਿਆ ਹੋਇਆ ਹੈ, ਸਪਿੰਡਲ ਦੇ ਉੱਤੇ ਜੋ ਪੁਆਇੰਟਰ ਹੈ ਉਹ ਵੀ ਕੋਰਸਪੋਂਡਿੰਗਲੀ ਮੂਵ ਕਰ ਜਾਏਗਾ। ਦੈਟ ਮੀਨਸ ਜਿੰਨਾ ਕੁ ਮੂਵਿੰਗ ਆਇਰਨ ਮੂਵ ਕਰ ਰਿਹਾ ਹੈ ਵਿਦ ਰਿਸਪੈਕਟ ਟੂ ਦ current which is provided to the coil, the correspondingly the movement is generated and shown by the pointer. Now ਹੁਣ ਦੋ ਤਰ੍ਹਾਂ ਦੇ ਮੈਂ ਕਿਹਾ, ਵਨ ਇਜ਼ ਅਟਰੈਕਟਿਵ, ਵਨ ਇਜ਼ ਰਿਪਲਸਿਵ। ਅਟਰੈਕਟਿਵ ਦੇ ਕੇਸ ਵਿੱਚ ਕੀ ਹੁੰਦਾ ਹੈ ਕਿ ਆਪਾਂ ਸਿਰਫ ਇੱਕ ਸੌਫਟ ਆਇਰਨ ਪੀਸ ਯੂਜ਼ ਕਰਦੇ ਹਾਂ ਵਿਚ ਇਜ਼ ਅਟਰੈਕਟਿਡ ਟੂ ਦ ਕੋਇਲ, ਬਟ ਇਨ ਰਿਪਲਸਿਵ ਟਾਈਪ ਇੰਸਟਰੂਮੈਂਟਸ ਉਸਦੇ ਵਿੱਚ ਆਪਾਂ ਦੋ ਮੂਵਿੰਗ ਆਇਰਨ ਸੌਫਟ ਆਇਰਨਸ ਨੂੰ ਯੂਜ਼ ਕਰਦੇ ਹਾਂ, ਅਤੇ ਉਹਨਾਂ ਵਿੱਚ ਜਦੋਂ ਮੈਗਨੇਟਾਈਜੇਸ਼ਨ ਪ੍ਰੋਡਿਊਸ ਹੁੰਦੀ ਹੈ ਤਾਂ ਉਹ ਇੱਕ ਦੂਜੇ ਨੂੰ ਰਿਪੈਲ ਕਰਦੇ ਆ, ਅਤੇ ਉਹ ਰਿਪੈਲ ਹੋਣ ਦੇ ਨਾਲ ਜਿੰਨੀ ਵੀ ਮੂਵਮੈਂਟ ਆਏਗੀ ਦੈਟ ਇਜ਼ ਸ਼ੋਨ ਬਾਏ ਦ ਪੁਆਇੰਟਰ। ਨਾਓ ਅਗਰ ਇਹ ਤਾਂ ਜਸਟ ਮੈਂ ਅਟਰੈਕਟਿਵ ਦੱਸ ਰਿਹਾ, ਇਨ ਕੇਸ ਆਫ ਅਟਰੈਕਟਿਵ ਫੋਰਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਐਚ ਸਕੁਅਰ। ਐਚ ਸਕੁਅਰ ਕੀ ਹੈ ਕਿ ਕਿੰਨੀ ਕੁ ਫੋਰਸ ਜਾਂ ਕਿੰਨੀ ਕੁ ਡਿਫਲੈਕਸ਼ਨ ਆਏਗੀ ਜਿੰਨਾ ਕੁ ਆਪਣੇ ਕੋਲ ਮੈਗਨੈਟਿਕ ਫੀਲਡ ਜਨਰੇਟ ਹੋਏਗਾ, ਦੈਟ ਮੀਨਸ ਐਚ ਇਜ਼ ਦ ਫੀਲਡ ਸਟਰੈਂਥ ਬਾਏ ਦ ਕੋਇਲ। ਹੁਣ ਫੀਲਡ ਸਟਰੈਂਥ ਕੀ ਹੈ ਕਿ ਜਿੰਨਾ ਕੁ ਆਪਾਂ ਇਹਨੂੰ ਕਰੰਟ ਪ੍ਰੋਵਾਈਡ ਕਰਾਂਗੇ ਕੋਰਸਪੋਂਡਿੰਗਲੀ ਉਨੀ ਕੀ ਮੈਗਨੇਟਾਈਜੇਸ਼ਨ ਹੋਏਗੀ ਅਤੇ ਓਨਾ ਕੀ ਫੀਲਡ ਜਨਰੇਟ ਹੋਏਗਾ। ਦੈਟ ਮੀਨਸ ਜਿਸ ਕਰੰਟ ਨੂੰ ਆਪਾਂ ਮੇਜਰ ਕਰਨਾ ਹੈ ਉਹ ਆਪਾਂ ਇਸ ਕੋਇਲ ਨੂੰ ਪ੍ਰੋਵਾਈਡ ਕਰ ਦਾਂਗੇ, ਅਤੇ ਉਹ ਕੀ ਕਰੇਗਾ ਇੱਕ ਪਰਟੀਕੂਲਰ ਫੀਲਡ ਸਟਰੈਂਥ ਨੂੰ ਜਨਰੇਟ ਕਰੇਗਾ, ਐਂਡ ਦੈਟ ਫੀਲਡ ਸਟਰੈਂਥ ਇਜ਼ ਡਿਨੋਟਡ ਬਾਈ ਐਚ ਐਂਡ ਦੈਟ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਫੋਰਸ, ਅਤੇ ਓਨੀ ਕੀ ਫੋਰਸ ਦੇ ਨਾਲ ਡਿਫਲੈਕਸ਼ਨ ਹੋਏਗੀ। ਦੈਟ ਮੀਨਸ ਐਚ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ I and I square is directly proportional to phi। मतलब किन्नी डिफ्लेक्शन होएगी that depends upon the current, मतलब जिन्ना तुसी करंट प्रोवाइड करोगे correspondingly deflection will be there। मतलब जो तुसी measure करना है that is provided to the instrument and correspondingly the instrument will deflect its needle according to the current which is provided to the instrument। Now ਪਿੱਛੇ ਜਿਹੜਾ ਸੀ that is attractive type, this is your repulsive type। repulsive type ਦੇ ਵਿੱਚ ਦੇਖੋ ਦੋ soft iron pieces ਲਿੱਤੇ ਗਏ ਹੈ, this is the this is your complete coil। ਇਸ coil ਦੇ ਵਿੱਚ ਦੋ soft iron pieces ਰੱਖੇ ਗਏ ਹੈ, ਅਤੇ ਜਦੋਂ ਆਪਾਂ ਮੈਗਨੇਟਾਈਜੇਸ਼ਨ ਹੋਈ ਮਤਲਬ ਜਦੋਂ ਆਪਾਂ ਕਰੰਟ ਪ੍ਰੋਵਾਈਡ ਕੀਤਾ ਕੋਇਲ ਨੂੰ ਤਾਂ ਕੋਰਸਪੋਂਡਿੰਗਲੀ ਇੱਕ ਮੈਗਨੈਟਿਕ ਫੀਲਡ ਜਨਰੇਟ ਹੋ ਗਿਆ, ਅਤੇ ਉਹ ਮੈਗਨੈਟਿਕ ਫੀਲਡ ਜਿਹੜੀ ਹੈ ਇਹ ਦੋਨੋਂ ਸੌਫਟ ਪੀਸ ਆਇਰਨਸ ਨੂੰ ਵੀ ਮੈਗਨੇਟਾਈਜ਼ ਕਰੇਗਾ, ਅਤੇ ਜਦੋਂ ਇਹ ਸੇਮ ਫੀਲਡ ਮੈਗਨੇਟਾਈਜ਼ ਦੈਟ ਮੀਨਸ ਦ ਸੇਮ ਫੀਲਡ ਅਪੋਜ਼ਿਜ਼ ਈਚ ਅਦਰ, ਤਾਂ ਸੇਮ ਮੈਗਨੈਟਿਕ ਫੀਲਡ ਹੋਣ ਦੇ ਕਰਕੇ ਦੋਨੋਂ ਜਿਹੜੇ ਸੌਫਟ ਆਇਰਨਸ ਹੈ ਦੇ ਵਿਲ ਰਿਪੈਲ ਈਚ ਅਦਰ, ਅਤੇ ਜਿਹੜੀ ਇਹ ਰਿਪੈਲਿੰਗ ਹੈ ਪਾਵਰ ਹੈ ਦੈਟ ਇਜ਼ ਸ਼ੋਨ ਬਾਏ ਦ ਪੁਆਇੰਟਰ। ਨਾਓ ਇਸ ਦੇ ਵਿੱਚ ਸਭ ਤੋਂ ਵੱਡਾ ਫਾਇਦਾ ਕੀ ਹੈ ਕਿ ਇਸ ਦੇ ਵਿੱਚ ਆਪਾਂ AC ਨੂੰ ਵੀ ਮੇਜਰ ਕਰ ਸਕਦੇ ਹਾਂ, DC ਨੂੰ ਵੀ ਮੇਜਰ ਕਰ ਸਕਦੇ ਹਾਂ।
ਹਾਊ AC ਕੈਨ ਬੀ ਮੇਜਰਡ, AC ਸਿਰਫ ਤਾਂ ਕਰਕੇ ਮੇਜਰ ਹੋ ਸਕਦਾ ਬਿਕੋਜ਼ ਜਦੋਂ ਪੋਜ਼ਿਟਿਵ ਸਾਈਕਲ ਆ ਰਿਹਾ ਉਸ ਟਾਈਮ ਵੀ ਰਿਪੈਲਿੰਗ ਹੋਏਗੀ, ਤੇ ਉਹ ਰਿਪੈਲਿੰਗ ਦੈਟ ਇਜ਼ ਉਹ ਜਿਹੜੀ ਰਿਪੈਲਿੰਗ ਹੈ ਦੈਟ ਇਜ਼ ਸ਼ੋਨ ਬਾय ਦ ਪੁਆਇੰਟਰ। ਐਂਡ ਜਦੋਂ ਨੈਗੇਟਿਵ ਸਾਈਕਲ ਆਇਆ ਆਫ ਦ AC, the polarity of the field is changed between the two piece of irons, ਜਿਹੜੀ polarity ਹੈ ਉਹ ਵੀ reverse ਹੋ ਜਾਏਗੀ, and same the negative negative repel each other, and the deflection is again shown on the meter. That means the deflection is shown for the positive cycle as well as for the negative cycle, and that's why we can say repulsive type of instruments are used to measure AC as well as DC, because at positive cycle and as well as negative cycle the polarity of the soft irons also reverses, and that reverse is also shown by the indicator which is attached to the spindle. Next is dynamometer type instruments. ਜਿਹੜੇ ਇਹ ਡਾਇਨੋਮੀਟਰ ਟਾਈਪ ਇੰਸਟਰੂਮੈਂਟਸ हैं, these instruments are used to measure AC। ਇਹ ਆਪਾਂ AC ਅਗਰ ਮੇਜਰ ਕਰਨਾ ਹੈ ਤਾਂ ਆਪਾਂ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ। ਬੇਸਿਕਲੀ ਜਿਹੜੇ ਡਾਇਨੋਮੀਟਰ ਟਾਈਪ ਇੰਸਟਰੂਮੈਂਟਸ ਹੈ ਸਿਰਫ ਵਾਟ ਮੀਟਰ ਵਾਸਤੇ ਬਣਾਏ ਗਏ ਸੀ, ਨਾਟ ਫॉर ਦ ਵੋਲਟ ਮੀਟਰ ਔਰ ਐਮ ਮੀਟਰ। ਇਸ ਦੇ ਸਿਰਫ ਵਾਟੇਜ ਮੇਜਰ ਕਰਨੀ ਹੋਵੇ ਤਾਂ ਆਪਾਂ ਇਹ ਵਾਲੇ ਇੰਸਟਰੂਮੈਂਟਸ ਨੂੰ ਯੂਜ਼ ਕਰਦੇ ਹਾਂ, ਬਿਕੋਜ਼ ਇਹਨਾਂ ਦੀ ਸੈਂਸਿਟੀਵਿਟੀ ਬਹੁਤ ਲੋ ਹੁੰਦੀ ਹੈ, ਇਹਨਾਂ ਦੀ ਸੈਂਸਿਟੀਵਿਟੀ ਬਹੁਤ ਅੱਛੀ ਨਹੀਂ ਹੈ, ਤਾਂ ਕਰਕੇ ਆਪਾਂ ਸਿਰਫ ਇਹਨੂੰ ਪਾਵਰ ਮੇਜਰਮੈਂਟ ਜਾਂ ਵਾਟੇਜ ਮੇਜਰਮੈਂਟ ਵਾਸਤੇ ਹੀ ਯੂਜ਼ ਕਰਦੇ ਹਾਂ। ਇਸ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਜਿਹੜੀ ਕੋਇਲ ਸੀਗੀ, ਜਿਹੜੀ PMC ਸੀ, ਜਿਹੜੀ ਆਪਾਂ ਪਿੱਛੇ ਡਿਸਕਸ ਕੀਤੀ ਹੈ, ਉਸ ਦੇ ਵਿੱਚ ਆਪਾਂ ਕੀ ਕਰਦੇ ਸੀ ਕਿ ਮੈਗਨੈਟਿਕ ਫੀਲਡ ਜੋ ਹੈ ਦੈਟ ਮੀਨਸ ਜੋ ਮੈਗਨੇਟ ਆਪਾਂ ਯੂਜ਼ ਕਰ ਰਹੇ ਹਾਂ ਦੈਟ ਇਜ਼ ਫਿਕਸਡ, ਦੈਟ ਇਜ਼ ਨਾਟ ਮੂਵਿੰਗ। ਇਸ ਦੇ ਵਿੱਚ ਆਪਾਂ ਕੀ ਕਰਾਂਗੇ ਕਿ ਇੱਕ ਕੋਇਲ ਲੈ ਲਾਂਗੇ, the two coils are taken parallel with each other, ਇਹ ਦੋਨੋਂ coils ਆਪਸ ਵਿੱਚ ਕੀ ਹੈ parallel ਹੈ, ਤੇ ਇੱਕ ਜਿਹੜੀ ਮੂਵਿੰਗ coil ਹੈ, this moving coil is attached with this two coils in series। ਇਹ ਤਿੰਨੋਂ ਜਿਹੜੀਆਂ coils ਹੈ ਇਹ ਆਪਸ ਵਿੱਚ series ਵਿੱਚ connected ਹੈ, ਤੇ ਜਦੋਂ ਹੁਣ ਕੀ ਹੋਏਗਾ ਕਿ ਮੈਗਨੈਟਿਕ ਫੀਲਡ ਜਨਰੇਟ ਹੋ ਰਿਹਾ, ਦੈਟ ਮੀਨਸ ਜਿੰਨਾ ਆਪਾਂ ਕਰੰਟ ਪ੍ਰੋਵਾਈਡ ਕਰਾਂਗੇ ਆਪਾਂ coils ਨੂੰ ਪ੍ਰੋਵਾਈਡ ਕਰ ਦਾਂਗੇ। the current is provided to the this moving coil, ਜਿਹੜੀ ਆ moving coil ਹੈ ਆਪਾਂ ਇਸ ਨੂੰ ਪ੍ਰੋਵਾਈਡ ਕਰਾਂਗੇ। correspondingly ਇੱਕ field generate ਹੋਏਗਾ, that fields try to come in line with the field of this fixed moving these fixed coils। that means ਅਗਰ ਆਪਾਂ fixed coils ਨੂੰ ਆਪਾਂ technically terms ਦੇ ਵਿੱਚ ਆਪਾਂ ਕਹਿੰਦੇ ਹਾਂ current coils, ਤੇ ਜਿਹੜੀ moving coil ਹੈ ਆਪਾਂ ਇਸ ਨੂੰ ਕਹਿੰਦੇ ਹਾਂ potential coil। ਜਦੋਂ ਇਹ potential coil ਹੈ that tries to come in line with the current coil ਤਾਂ ਇੱਕ deflection ਆਏਗੀ, and that deflection is noted up। ਤੇ ਜਦੋਂ ਹੁਣ AC ਕਰੰਟ, ਜਦੋਂ ਆਪਾਂ in case of AC ਦੀ ਗੱਲ ਕਰੀਏ ਤਾਂ during positive cycle ਵੀ deflection ਹੋਏਗੀ, ਤੇ during negative cycle the whole process get reversed up, ਤਾਂ ਇਸ ਦੇ ਵਿੱਚ ਵੀ ਉਨਾ ਹੀ opposition field produce ਹੋਏਗਾ, and corresponding the deflection is shown। that means these types of instruments are used to measure your AC। in this listen these wording, when a current carrying moving coil is placed in magnetic field produced by the current carrying fixed coil, a force is exerted on the coil side of the moving coil and deflection take place। मतलब जिन्नी deflection produce हो रही है, the deflection is produced with respect to the current which is provided to it। ਹੁਣ ਇਸ ਦੇ ਵਿੱਚ ਦੇਖੀਏ ਅਗਰ ਆਪਾਂ ਜਿਹੜੀ ਸਪਲਾਈ ਹੈ, ਜਿਸ ਕਰੰਟ ਨੂੰ ਆਪਾਂ ਮੇਜਰ ਕਰਨਾ ਹੈ ਉਹ ਆਪਾਂ ਇਸ potential coil ਨੂੰ ਦੇਵਾਂਗੇ, that is provided by this supply, and the load is shown here with the high resistance, and the correspondingly जो fixed current ਆਪਾਂ provide ਕਰ ਰਹੇ ਹਾਂ to the coils that is provided to these two coils by this given load। मतलब जो वेरिएशन इन करंट ਆਪਾਂ प्रोड्यूस करनी है that is with this resistance, and जो variated current है that is provided to this potentiometer coil, and correspondingly the movement is shown by the indicator। now next is your single phase energy meter, these are your induction type। ਜਿਹੜੇ ਇਹ ਹੈ they are based on electromagnetic induction principle। ਹੁਣ ਆਪਾਂ ਜਦੋਂ ਵੀ ਆਪਾਂ AC ਕਰੰਟ ਦੇਵਾਂਗੇ, now see this lines, when an AC current flows through two suitable located coil it produces a rotating magnetic field
which is cut by the magnetic disk suspended near the coil. Due to this, an EMF is induced in disk which circulates eddy current in it by the interaction of rotating magnetic field, and eddy current torque is produced and causes the disc to move. ਹੁਣ ਇਹ ਅਗਰ ਆਪਾਂ ਇਹਨੂੰ ਧਿਆਨ ਨਾਲ ਸਮਝੀਏ ਤਾਂ ਆਪਣੇ ਕੋਲ ਜਦੋਂ ਘਰਾਂ ਦੇ ਵਿੱਚ ਆਪਣੇ ਕੋਲ ਮੀਟਰਸ ਲੱਗੇ ਹੁੰਦੇ ਉਸਦੇ ਅਗਰ ਤੁਸੀਂ ਬਹੁਤ ਧਿਆਨ ਨਾਲ ਨੋਟ ਕਰੋਗੇ ਤਾਂ ਉਸਦੇ ਵਿੱਚ ਇੱਕ ਡਿਸਕ ਮੂਵ ਕਰ ਰਹੀ ਹੁੰਦੀ ਹੈ, ਐਂਡ ਦੈਟ ਡਿਸਕ ਇਜ਼ ਮੂਵਿੰਗ ਔਨ ਵੋਟ ਪ੍ਰਿੰਸੀਪਲ, ਦੈਟ ਇਜ਼ ਯੋਰ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਪ੍ਰਿੰਸੀਪਲ। ਹੁਣ ਉਸਦੇ 'ਚ ਕੀ ਹੈ ਕਿ ਆਪਾਂ ਜਿੰਨੀ ਕੁ ਸਪਲਾਈ, ਹੁਣ ਉਹ ਵੀ ਤਾਂ ਮੇਜਰ ਹੀ ਕਰ ਰਹੇ ਕਿ ਕਿੰਨੀ ਕੁ ਆਪਣੇ ਘਰ ਸਪਲਾਈ ਆ ਰਹੀ ਹੈ, ਆਪਣਾ ਮੀਟਰ ਸ਼ੋਅ ਕਰ ਦਿੰਦਾ ਹੈ ਕਿ ਇਸ ਘਰ ਦੇ ਵਿੱਚ ਇੰਨੇ ਯੂਨਿਟਸ ਯੂਜ਼ ਕੀਤੇ ਗਏ ਹੈ। ਉਹ ਡਿਪੈਂਡ ਕਰਦਾ ਹੈ ਔਨ ਦ ਰੋਟੇਸ਼ਨ ਆਫ ਦੈਟ ਡਿਸਕ, ਕਿੰਨੀ ਕੁ ਵਾਰ ਉਹ ਡਿਸਕ ਰੋਟੇਟ ਕਰ ਰਹੀ ਹੈ। ਹੁਣ ਉਹ ਡਿਸਕ ਰੋਟੇਟ ਕਿਉਂ ਕਰੇਗੀ? ਜਦੋਂ ਆਪਾਂ ਐਕਸਟਰਨਲ ਕਰੰਟ ਪ੍ਰੋਵਾਈਡ ਕੀਤਾ ਟੂ ਦ ਕੋਇਲਸ, ਇੱਕ ਰੋਟੇਟਿੰਗ ਮੈਗਨੈਟਿਕ ਫੀਲਡ ਜਨਰੇਟ ਹੋ ਜਾਂਦਾ ਤੇ ਉਸ ਕੋਇਲ ਦੇ ਕੋਲ ਇੱਕ ਆਪਾਂ ਡਿਸਕ ਰੱਖ ਦਿੰਦੇ ਹਾਂ, ਰੋਟੇਟਿੰਗ ਡਿਸਕ, ਤੇ ਉਹ ਉਸ ਡਿਸਕ ਦੇ ਵਿੱਚ ਬਿਕੋਜ਼ ਆਫ ਦੈਟ ਸਰਕੂਲੇਟਿੰਗ ਮੈਗਨੈਟਿਕ ਫੀਲਡ ਉਸ ਡਿਸਕ ਦੇ ਵਿੱਚ ਵੀ ਇੱਕ ਕਰੰਟ ਜਨਰੇਟ ਹੋ ਜਾਂਦਾ ਐਂਡ that current is generated is known as your eddy current। ਤੇ ਉਸ rotating magnetic field ਜਦੋਂ ਕੱਟ ਹੋਏਗਾ and the eddy current which is generated, ਉਸ ਦੋਨੋਂ conditions ਕਰਕੇ ਉਹ ਜਿਹੜੀ disk ਹੈ move ਕਰਨਾ ਸ਼ੁਰੂ ਕਰ ਦਿੰਦੀ ਹੈ। that means a torque is produces in that disk and the disk start rotating। ਮਤਲਬ ਕਿ ਇਹ ਹੈ ਕਿ coil ਦੇ ਕੋਲ ਆਪਾਂ ਇੱਕ disk ਰੱਖੀ ਹੈ, ਜਿਹੜੀ disk ਹੈ ਉਹ coil ਕਰਕੇ magnetized ਹੋਏਗੀ ਤੇ ਉਹ ਮੈਗਨੇਟਾਈਜੇਸ਼ਨ ਨੂੰ ਜਦੋਂ ਡਿਸਕ ਜੋ ਕੱਟ ਕਰੇਗੀ ਤਾਂ ਇੱਕ ਕਰੰਟ ਜਨਰੇਟ ਹੋਏਗਾ, ਜਿਹੜਾ ਕਰੰਟ ਐਂਡ ਦ ਡਿਸਕ ਦੀ ਮੂਵਮੈਂਟ ਹੈ ਉਹ ਜਿਹੜਾ ਫੀਲ ਕੱਟ ਕਰ ਰਹੀ ਹੈ ਉਹ ਦੋਨੋਂ ਕੰਬਾਈਨ ਕਰਕੇ ਇੱਕ ਟਾਰਕ ਪ੍ਰੋਡਿਊਸ ਕਰੇਗੀ ਐਂਡ ਦੈਟ ਟਾਰਕ ਇਜ਼ ਸ਼ੋਨ ਇਨ ਫॉर्म ऑफ रोटेटिंग डिस्क। नेक्स्ट इज द एप्लीकेशन ऑफ परमानेंट मैगनेट मूविंग कोइल्स। एप्लीकेशंस की हैं कि जो DC एमीटर ਨੂੰ एमीटर ਆਪਾਂ यूज़ करते हैं टू मेजर योर DC। एमीटर इज़ वॉट? टू मेजर द करंट, एंड व्हेन यू आर मेजरिंग योर डायरैक्ट करंट दैट इज़ योर DC एमीटर्स। ਇਸ ਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਜਦੋਂ ਮੇਜਰ ਕਰਨਾ ਹੈ ਤਾਂ ਆਪਾਂ ਇੱਕ ਮੀਟਰ ਲਗਾ ਦਿੰਦੇ ਹਾਂ, ਉਸ ਮੀਟਰ ਦੇ ਨਾਲ ਆਪਾਂ ਨੂੰ ਇੱਕ ਸ਼ੰਟ ਰੈਜ਼ਿਸਟੈਂਸ ਲਗਾਉਣੀ ਪੈਂਦੀ ਹੈ। ਸ਼ੰਟ ਰੈਜ਼ਿਸਟੈਂਸ ਕਿਉਂ ਲਗਾਉਣੀ ਪੈਂਦੀ ਹੈ ਕਿ ਇਹ ਜਿਹੜਾ ਮੀਟਰ ਹੈ ਉਹ ਬਹੁਤ ਸਮੋਲ ਅਮਾਊਂਟ ਆਫ ਕਰੰਟ ਨੂੰ ਮੇਜਰ ਕਰ ਸਕਦਾ ਤੇ ਅਗਰ ਆਪਾਂ ਜ਼ਿਆਦਾ ਅਮਾਊਂਟ ਆਫ ਕਰੰਟ ਦੇ ਦਾਂਗੇ ਇਸ ਮੀਟਰ ਨੂੰ ਤਾਂ ਇਹ ਖਰਾਬ ਹੋ ਜਾਏਗਾ, ਖਤਮ ਹੋ ਜਾਏਗਾ। ਤਾਂ ਕਰਕੇ ਆਪਾਂ ਇੱਕ ਸ਼ੰਟ ਰੈਜ਼ਿਸਟੈਂਸ ਲਗਾਉਂਦੇ ਹਾਂ ਕਿ ਅਗਰ ਆਪਣੇ ਕੋਲ ਇੱਥੇ ਕਰੰਟ ਦੀ ਸਪਲਾਈ ਜਿਹੜੀ ਆਪਾਂ ਮੇਜਰ ਕਰਨੀ ਹੈ ਉਹ ਜ਼ਿਆਦਾ ਹੈ ਤਾਂ ਮੈਕਸਿਮਮ ਆਫ ਦ ਕਰੰਟ ਇਜ਼ ਫਲੋਡ ਫਰੋਮ ਦਿਸ RSH। ਜਿਹੜੀ ਇਹ ਸ਼ੰਟ ਵਿੱਚ ਰੈਜ਼ਿਸਟੈਂਸ ਹੈ ਤਾਂ ਮੈਕਸਿਮਮ ਕਰੰਟ ਇਹ RSH ਵਿੱਚ ਫਲੋ ਕਰ ਜੇ ਤੇ ਅ ਸਮੋਲ ਅਮਾਊਂਟ ਆਫ ਕਰੰਟ ਇਜ਼ ਓਨਲੀ ਮੂਵ ਟੂ ਦਿਸ ਮੀਟਰ ਤੇ ਆਪਾਂ ਨੂੰ ਉਸਦੇ ਕੋਰਸਪੋਂਡਿੰਗਲੀ ਡਿਫਲੈਕਸ਼ਨ ਮਿਲ ਸਕੇ। ਅਗਰ ਆਪਾਂ ਇਹ RSH ਨਹੀਂ ਲਗਾਵਾਂਗੇ ਤਾਂ ਜਿਹੜੇ ਮੈਕਸਿਮਮ ਜਦੋਂ ਕਰੰਟ ਜ਼ਿਆਦਾ ਕਰੰਟ ਆਪਾਂ ਮੇਜਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜ਼ਿਆਦਾ ਕਰੰਟ ਇਸ ਮੀਟਰ ਦੇ ਵਿੱਚੋਂ ਪਾਸ ਕਰੇਗਾ ਤਾਂ ਆਪਣਾ ਮੀਟਰ ਇਹ ਖਰਾਬ ਹੋ ਜਾਏਗਾ। ਸੋ to protect our meter we are applying here RSH, that is your shunt resistance with in parallel with this meter। Now since the coil winding is small and light, so to measure large current it is necessary to bypass a major portion of current through a resistance called shunt resistance। ਹੁਣ ਅਗਰ ਆਪਾਂ ਇਹਨੂੰ ਮੈਥੇਮੈਟਿਕਲੀ ਡਰਾਈਵ ਕਰੀਏ ਤਾਂ ਇਹਨਾਂ ਦੋਨੋਂ ਟਰਮੀਨਲਸ ਤੇ ਇਹ ਦੋਨੋਂ ਟਰਮੀਨਲਸ, both the terminals ਜਿਸ ਦੇ ਵਿੱਚ RSH ਹੈ ਤੇ ਇੱਕ ਟਰਮੀਨਲ ਹੈ ਜਿਸ ਦੇ ਵਿੱਚ ਮੀਟਰ ਹੈ, ਦੋਨਾਂ ਵਿੱਚ ਪੋਟੈਂਸ਼ੀਅਲ ਸੇਮ ਹੈ। ਇਹ ਦੋਨੋਂ ਵਿੱਚ ਪੋਟੈਂਸ਼ੀਅਲ ਜੋ ਹੈ same है, that means the voltage is same between the two terminals। so we can say it VSH, that means shunt ਦੇ ਵਿੱਚ ਜੋ voltage ਹੈ ਤੇ ਜੋ V ਮੀਟਰ ਦੇ ਵਿੱਚ ਹੈ ਦੋਨੋਂ equal ਹੈ। V ਨੂੰ ਆਪਾਂ ਕਹਿ ਸਕਦੇ V is equal to IR, so ISH into RSH is equal to IM RM। ਇੱਥੋਂ ਆਪਾਂ RSH ਦੀ ਵੈਲਿਊ ਫਾਈਂਡ ਕਰ ਸਕਦੇ ਹਾਂ ਬਾਈ IM upon RM divided by ISH। ਸੋ ਹੁਣ ISH ਕੀ ਹੈ ਕਿ ਸ਼ੰਟ ਵਿੱਚ ਕਿੰਨਾ ਕਰੰਟ ਜਾਏਗਾ, ਉਹ ਉਨਾ ਹੀ ਕਰੰਟ ਜਾਏਗਾ ਜੇ ਟੋਟਲ ਕਰੰਟ ਜਿੰਨਾ ਆ ਰਿਹਾ ਹੈ ਉਸ ਦੇ ਵਿੱਚੋਂ ਜਿੰਨਾ ਮੀਟਰ 'ਚ ਚਲਾ ਗਿਆ that is minus and rest of the current is moved to the shunt। so ISH is equal to I ਜੋ ਪੂਰਾ ਮੇਜਰ ਕਰੰਟ ਆ ਰਿਹਾ ਹੈ minus IM ਜੋ ਮੀਟਰ ਦੇ ਵਿੱਚ ਗਿਆ। so RSH becomes your IM RM upon I minus IM। that means RSH ਦੀ ਵੈਲਿਊ ਤੇ ਡਿਪੈਂਡ ਕਰੇਗਾ ਕਿ ਤੁਹਾਡੀ ਕਿਸ ਤਰ੍ਹਾਂ ਦੀ ਆਊਟਪੁੱਟ ਆਉਣੀ ਚਾਹੀਦੀ ਹੈ ਐਂਡ ਕੋਰਸਪੋਂਡਿੰਗਲੀ ਕਿੰਨਾ ਕੁ ਕਰੰਟ ਜਨਰੇਟ ਹੋ ਰਿਹਾ ਹੈ।
ਨੈਕਸਟ ਇਜ਼ ਯੋਰ ਮਲਟੀ ਰੇਂਜ ਐਮੀਟਰ। ਹੁਣ ਉਸਦੇ ਵਿੱਚ ਆਪਾਂ ਕੀ ਕੀਤਾ ਸੀ, ਆਪਾਂ ਇੱਕ ਸ਼ੰਟ ਰੈਜ਼ਿਸਟੈਂਸ ਲਗਾਈ ਸੀ। ਹੁਣ ਇਸ ਦੇ ਵਿੱਚ ਆਪਾਂ ਸ਼ੰਟ ਰੈਜ਼ਿਸਟੈਂਸਿਸ ਨੂੰ ਇਨਕਰੀਜ਼ ਕਰ ਦਿੰਦੇ ਹਾਂ। ਸ਼ੰਟ ਰੈਜ਼ਿਸਟੈਂਸਿਸ ਨੂੰ ਇਨਕਰੀਜ਼ ਕਿਉਂ ਕੀਤਾ ਗਿਆ? ਬਿਕੋਜ਼ ਅਗਰ ਆਪਾਂ ਜ਼ਿਆਦਾ ਅਮਾਊਂਟ ਆਫ ਕਰੰਟਸ ਜਾਂ ਵੇਰਿੰਗ ਅਮਾਊਂਟ ਆਫ ਕਰੰਟਸ ਨੂੰ ਮੇਜਰ ਕਰਨਾ ਹੈ ਤਾਂ ਆਪਾਂ ਇੱਕ ਰੈਜ਼ਿਸਟੈਂਸ ਨਹੀਂ ਰੱਖ ਸਕਦੇ, ਕਿਉਂਕਿ ਜੇ ਜ਼ਿਆਦਾ ਕਰੰਟ ਮੇਜਰ ਕਰਨਾ ਹੈ ਤਾਂ ਆਪਾਂ ਅਗਰ ਸਮॉल ਰੈਜ਼ਿਸਟੈਂਸ ਲਗਾਵਾਂਗੇ ਤਾਂ ਉਹ ਖਰਾਬ ਹੋ ਜਾਏਗੀ, ਫੁੱਕ ਜਾਏਗੀ। ਤਾਂ ਸੋ ਟੂ ਫॉर द ਕੋਰਸਪੋਂਡਿੰਗਲੀ ਇੱਕ ਅੱਛੀ ਰੈਜ਼ਿਸਟੈਂਸਿਸ ਵਾਸਤੇ ਆਪਾਂ ਨੰਬਰ ਆਫ ਰੈਜ਼ਿਸਟੈਂਸਿਸ ਲਗਾ ਦਿੰਦੇ ਹਾਂ, ਅਤੇ ਹਰ ਦੀ ਵੈਲਿਊ ਜਿਹੜੀ ਹੈ ਉਹ ਵੇਰੀ ਕਰਦੀ ਹੈ। ਦੈਟ ਮੀਨਸ ਅਗਰ ਆਪਾਂ ਨੋਰਮਲ ਐਮੀਟਰਸ ਦੀ ਵੀ ਮਲਟੀਮੀਟਰਸ ਦੀ